ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਮਿਤਾ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਨਿਹੰਗ ਸਿੰਘ ਜਥੇਬੰਦੀਆਂ ਦੇ ਐਸਜੀਪੀਸੀ ਦੀ ਟਾਸਕ ਫੋਰਸ ਨੇ ਕੀਤਾ ਹਮਲਾ। ਨਿਹੰਗ ਸਿੰਘਾਂ ਦੀਆਂ ਲਾਈਆਂ ਦਸਤਾਰਾਂ। 29 ਸਾਲ ਪੁਰਾਣੇ ਬਲਵੰਤ ਸਿੰਘ ਮਲਤਾਨੀ ਮਾਮਲੇ 'ਚ ਸੈਣੀ ਨੂੰ ਵੱਡੀ ਰਾਹਤ। ਗ੍ਰਿਫਤਾਰੀ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ। ਗਿਆਨੀ ਹਰਪ੍ਰੀਤ ਸਿੰਘ ਦੇ ਖਾਲਿਸਤਾਨ ਵਾਲੇ ਬਿਆਨ ਤੇ ਭੜਕੇ ਹਰਪਾਲ ਚੀਮਾ। ਕਿਹਾ ਲੋਕਾਂ ਨੂੰ ਭੜਕਾਉਣ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਦਿੱਤਾ ਗਿਆ ਬਿਆਨ। ਵਿਰੋਧੀਆਂ ਨੂੰ ਲਗਾ ਵੱਡਾ ਝਟਕਾ। ਉੱਡੇ ਹੋਸ਼ ਬੈਂਸ ਨੂੰ ਮਿਲੀ ਵੱਡੀ ਸਫਲਤਾ। ਬੈਂਸ ਦੀ ਪਾਰਟੀ 'ਚ ਸ਼ਾਮਿਲ ਹੋਈ ਇਨਸਾਫ ਦੀ ਆਵਾਜ਼ ਪਾਰਟੀ। ਆਰਡੀਨੈਂਸ ਰੱਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਦਾ ਹੱਲਾ ਬੋਲ ਪ੍ਰਦਰਸ਼ਨ। ਕਿਸਾਨੀ ਨੂੰ ਬਚਾਉਣ ਲਈ ਤਪਦੀ ਧੁੱਪ 'ਚ ਨਿਕਲਿਆ ਕਿਸਾਨਾਂ ਦਾ ਹਜੂਮ। ਕੀਤਾ ਪੁਲ ਜਾਮ। ਪਤਨੀ ਦੀ ਘਟੀਆ ਕਰਤੂਤ। ਪਤੀ ਨੂੰ ਮੌਤ ਦੇ ਘਾਟ ਉਤਾਰ ਟੰਗਿਆ ਛੱਤ ਨਾਲ। ਮ੍ਰਿਤਕ ਦੇ ਭਰਾ ਨੇ ਭਰਜਾਈ ਅਤੇ ਉਸਦੇ ਪਰਿਵਾਰ ਤੇ ਲਗਾਏ ਦੋਸ਼। ਹੁਣ ਖਬਰਾਂ ਵਿਸਥਾਰ ਨਾਲ। ਸਿੱਖ ਜਥੇਬੰਦੀਆਂ ਵੱਲੋਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਦਰਬਾਰ ਸਾਹਿਬ ਲਾਇਆ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਇੱਥੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸਿੱਖ ਜਥੇਬੰਦੀਆਂ ਤੇ ਹਮਲਾ ਕਰ ਦਿੱਤਾ। ਇੱਥੇ ਤੱਕ ਕਿ ਨਿਹੰਗ ਸਿੰਘਾਂ ਦੀਆਂ ਦਸਤਾਰਾਂ ਤੱਕ ਲਾ ਦਿੱਤੀਆਂ ਗਈਆਂ। ਦੇਖੋ ਪੂਰੀ ਖਬਰ। ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਲਗਾਇਆ ਗਿਆ ਰੋਸ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਪ੍ਰਦਰਸ਼ਨ ਕਰ ਰਹੇ ਸਿੱਖ ਜਥੇਬੰਦੀਆਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਮੌਕੇ ਐਸਜੀਪੀਸੀ ਦੀ ਟਾਸਕ ਫੋਰਸ ਨੇ ਨਿਹੰਗ ਸਿੱਖਾਂ ਦੀਆਂ ਦਸਤਾਰਾਂ ਤੱਕ ਲਾ ਦਿੱਤੀਆਂ। ਤਸਵੀਰਾਂ ਤੁਸੀਂ ਦੇਖ ਹੀ ਲਈਆਂ। ਸੰਗਤ ਨੂੰ ਸਿੱਖੀ ਦਾ ਪਾਠ ਪੜਾਉਣ ਵਾਲੇ ਅੱਜ ਖੁਦ ਸਿੰਘਾਂ ਦੀਆਂ ਦਸਤਾਰਾਂ ਲਾ ਰਹੇ ਨੇ ਅਤੇ ਆਪਸ 'ਚ ਹੀ ਭਿੜ ਰਹੇ ਨੇ, ਜਿਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਅਤੇ ਉਸ ਤੋਂ ਬਾਅਦ ਐਸਜੀਪੀਸੀ ਟਾਸਕ ਫੋਰਸ ਤੇ ਉਹਨਾਂ ਨੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਨਹੀਂ, ਬਿਲਕੁਲ ਜਿਹੜਾ ਮੋਰਚਾ ਲੱਗਾ ਹੋਇਆ ਵਾ ਉੱਥੇ ਕਿਸੇ ਦਾ ਟਕਰਾਅ ਨਹੀਂ ਹੋਇਆ ਜੀ, ਕਿਉਂਕਿ ਉਹ ਮੋਰਚਾ ਇਹਨਾਂ ਨੇ ਚਾਰੇ ਪਾਸੇ ਕਵਰ ਕਰਤਾ ਵਾ, ਟੀਨਾ ਲਾ ਕੇ ਰਸਤੇ ਬੰਦ ਕਰਤੇ ਨੇ, ਉੱਥੇ ਕਿਸੇ ਨੇ ਟਕਰਾਅ ਨਹੀਂ ਕੀਤਾ। ਉਹ ਜੋ ਹੁਣ ਵੀ ਬੈਠੇ ਨੇ, ਪਰ ਇਹ ਟੀਨਾ ਲਾਉਣ ਦੇ ਰੋਸ ਵਜੋਂ ਕੁਝ ਸੰਗਤਾਂ ਇੱਥੇ ਬਾਹਰ ਬਹਿ ਗਈਆਂ ਸਨ ਤੇ ਉਹ ਵੀ ਬਿਲਕੁਲ ਸਾਈਡ ਤੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਹੱਥਾਂ 'ਚ ਤਖਤੀਆਂ ਲਹਿਰਾ ਰਹੇ ਸਨ। ਜਿਹੜੀਆਂ ਤਖਤੀਆਂ ਨੇ ਖੋ ਕੇ ਪਾੜਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਵਾ ਫਿਰ ਤੁਹਾਨੂੰ ਪਤਾ ਜਿਉਂਦਾ ਤਿਉਂ ਹੁੰਦਾ, ਜੇ ਥੋੜ੍ਹਾ ਬਹੁਤਾ ਅੱਗੋਂ ਸਿੰਘ ਗਰਮ ਹੋਏ ਹੋਣਗੇ ਤੇ ਜਿਹਦੇ ਵਿੱਚ ਫਿਰ ਦੋਵਾਂ ਤਰ੍ਹਾਂ ਟਕਰਾਅ ਹੋਇਆ, ਪਰ ਉਹਨਾਂ ਵੱਲੋਂ ਫਿਰ ਵੀ ਕੋਈ ਜਿਹੜਾ ਵਾ ਉਹ ਸ਼ਸਤਰ ਨਹੀਂ ਕੱਢਿਆ ਗਿਆ। ਇਹਨਾਂ ਵੱਲੋਂ ਜਿਹੜੀਆਂ ਡਾਂਗਾਂ ਨੇ ਟਾਸਕ ਫੋਰਸ ਵੱਲੋਂ ਉਹਨੂੰ ਮਾਰੀਆਂ ਗਈਆਂ ਨੇ। ਨਿਹੰਗ ਸਿੰਘ ਸਨ, ਦਸਤਾਰ ਲਾਈਆਂ ਦੇ ਸਿਰ ਵੀ ਸ਼ਾਇਦ ਸਿੰਘ ਦਾ ਪਾਟਾ ਵਾ, ਜਿਹੜਾ ਬੜਾ ਮੰਦਭਾਗਾ ਵਾ। ਦੇਖੋ ਡੈਮੋਕ੍ਰੇਸੀ ਦੇ ਫੋਰਥ ਪਿਲਰ ਤੇ ਵੀ ਹਮਲਾ ਕੀਤਾ ਗਿਆ ਨਾਲ। ਹਾਂ, ਪਤਾ ਲੱਗਾ ਤੁਹਾਡਾ ਮੀਡੀਆ ਦਾ ਵੀ ਜਿਹੜਾ ਇਹਨਾਂ ਨੇ ਕੋਈ ਬੱਸ ਲੁਕੀ ਕੀਤੀ ਆ, ਕੋਈ ਚਪੇੜ ਤੱਕ ਮਾਰੀ ਗਈ ਆ ਕਿਸੇ ਮੀਡੀਆ ਪਰਸਨ ਦੇ ਤੇ ਆ ਸਿੰਘਾਂ ਦੇ ਵੇਖੋ ਖੂਨ ਲੱਗੇ ਹੋਏ ਨੇ, ਹਨਾ। ਬੜੀ ਮਾੜੀ ਗੱਲ ਆ। ਵੇਖੋ ਤੁਸੀਂ ਇੱਕ ਸਰਮੌਰ ਸੰਸਥਾ ਜੇ ਤੇ ਅਸੀਂ ਜੇ ਕਾਮ ਸਿੱਖ ਸੰਗਤਾਂ ਵਾਂ, ਜੇ ਸਾਡੇ ਮਨ 'ਚ ਕੋਈ ਸ਼ੰਕੇ ਤੁਹਾਡੇ ਪ੍ਰਤੀ ਉਤਪੰਨ ਹੋਏ ਨੇ, ਅਸੀਂ ਤੁਹਾਨੂੰ ਉਹ ਸ਼ੰਕੇ ਕਲੀਅਰ ਕਰੋ ਸਾਡੇ।
ਸੰਗਤਾਂ ਦੇ ਸ਼ੰਕੇ ਕਲੀਅਰ ਕਰੋ, ਪ੍ਰੋਬਲਮ ਕੀ ਆ। ਜਿਹੜੇ 9 ਸਵਾਲ ਰੱਖੇ ਗਏ ਨੇ ਬਿਲਕੁਲ ਧਾਰਮਿਕ ਸਵਾਲ ਨੇ, ਕੋਈ ਵੀ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੈਗੇ, ਕਿਸੇ ਵੀ ਤਰ੍ਹਾਂ ਦੀ ਉਹ 'ਚ ਰਾਜਨੀਤੀ ਨਹੀਂ ਹੈਗੀ, ਧਾਰਮਿਕ ਮਸਲੇ ਨੇ ਜਿਨ੍ਹਾਂ ਨੂੰ ਹੱਲ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੈ। ਕਿਉਂਕਿ ਸਿਰਮੌਰ ਸੰਸਥਾ ਵਾ ਸਾਡੀ, ਅਸੀਂ ਤਾਂ ਇਹਨਾਂ ਤੇ ਨਿਗਾਹ ਟਿਕਾਉਣੀ ਹੈ ਨਾ ਜੀ। ਕਿਉਂਕਿ ਅਸੀਂ ਹਰ ਜਗ੍ਹਾ ਜਿੱਥੇ ਗੱਲ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਂਦੀ ਹੈ ਕਿ ਸਭ ਤੋਂ ਉੱਚੀ ਸਿਰਮੌਰ ਸੰਸਥਾ ਵਾ। ਪਰ ਹੁਣ ਇੱਥੇ ਜਿਹੜਾ ਵਾ ਉਲਟਾ ਹੋ ਰਿਹਾ ਸਾਰਾ ਕੁਝ। ਜੇ ਤੁਸੀਂ ਖੁਦ ਦੋਸ਼ੀ ਡਿਕਲੇਅਰ ਕੀਤੇ ਨੇ, ਤੁਸੀਂ ਖੁਦ ਕਿਹਾ ਕਿ ਫਲਾਣੇ ਬੰਦੇ ਦੋਸ਼ੀ ਨੇ, ਜੇ ਅਸੀਂ ਕਹਿ ਰਹੇ ਕਿ ਦੋਸ਼ੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾ ਦਿਓ, ਤੁਸੀਂ ਉਹ ਨਹੀਂ ਕਰਵਾ ਰਹੇ। ਪ੍ਰੋਬਲਮ ਕੀ ਆ? ਜਦੋਂ ਦੋਸ਼ੀ ਸਾਹਮਣੇ ਕਲੀਅਰ ਹੋ ਗਏ ਤੇ ਚੱਕ ਕੇ ਪਰਚੇ ਕਰਾਓ ਉਹਨਾਂ ਦੇ ਉੱਤੇ, ਪਰ ਤੁਸੀਂ ਨਹੀਂ ਕਰਾ ਰਹੇ। ਵੀ ਕਿਹਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਆ, ਇਹ ਸਮਝੋਂ ਬਾਹਰ ਹੈ। ਕਿੰਨੇ ਕੁ ਸਿੰਘ ਜਿਹੜੇ ਨੇ ਜ਼ਖਮੀ ਹੋਏ ਨੇ ਇਸ ਮੌਕੇ? ਸਾਨੂੰ ਪਤਾ ਲੱਗਾ ਵਾ ਵੀ ਇੱਕ ਸਿੰਘ ਦੇ ਸਿਰ 'ਚ ਸੱਟ ਕਾਫੀ ਲੱਗੀ ਆ, ਜਿਹਨੂੰ ਇਹ ਖੁਦ ਹੀ ਲੈ ਗਏ ਨੇ ਟ੍ਰੀਟਮੈਂਟ ਵਾਸਤੇ। ਬਾਕੀ ਸਿੰਘਾਂ ਦੇ ਵੈਸੇ ਵੀ ਡਾਂਗਾਂ ਡੂੰਗਾਂ ਨੇ ਮਾਰੀਆਂ ਨੇ, ਪਰ ਉਹ ਸਾਰੇ ਸਿੰਘ ਇਹਨਾਂ ਨੇ ਖਦੇੜ ਤੇ ਉੱਥੋਂ ਗਾਮਸ਼ਾਂ ਕਰਤੇ। ਕਿਉਂਕਿ ਤੁਹਾਨੂੰ ਪਤਾ ਕੋਈ ਉਹ ਅੱਛਾ, ਜਿਹੜਾ ਜਿੰਨੇ ਬੰਦਿਆਂ ਨੇ ਸੱਟਾਂ ਲਾਈਆਂ ਉਹ ਕੁਝ ਨਾਮਜ਼ਦ ਸਾਹਮਣੇ ਹੋਏ ਨੇ, ਕੋਈ ਬੰਦਿਆਂ ਦੀ ਪਛਾਣ ਹੋਈ ਹੈ ਜਿਹੜੇ ਬੰਦੇ ਨੇ ਸੱਟਾਂ ਨਹੀਂ। ਟਾਸਕ ਫੋਰਸ ਜਿਹੜੀ ਸੀ ਉਹ ਖੁੱਲੇ ਤੌਰ ਤੇ ਆਈ ਸੀ। ਤੁਹਾਨੂੰ ਪਤਾ ਅੱਜ ਕਰੋਨਾ ਕਰਕੇ ਵੀ ਮੂੰਹ ਬੰਨੇ ਹੁੰਦੇ ਨੇ, ਪਰ ਹੈ ਤਾਂ ਟਾਸਕ ਫੋਰਸ ਦੇ ਮੁਲਾਜ਼ਮ ਨਾ ਜੀ। ਉਹਦੇ ਵਿੱਚ ਤਾਂ ਕੋਈ ਨਾਮ ਤਾਂ ਸਾਨੂੰ ਕੋਈ ਸੰਬੋਧਨ ਕਰਨ ਦੀ ਲੋੜ ਨਹੀਂ, ਉਹ ਸਾਰੇ ਇਕੱਠੇ ਹੀ ਨੇ। ਤੇ ਇਹਦੇ ਵਿੱਚ ਅਸੀਂ ਚਾਹਾਂਗੇ ਵੀ ਜਿਹੜੇ ਸਿੰਘਾਂ ਨਾਲ ਇਹ ਬੱਸ ਲੁਕੀ ਹੋਈ ਆ ਉਹ ਸਾਹਮਣੇ ਆਉਣ ਤੇ ਆ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਜਿਹੜਾ ਵਾ ਉਹ ਇਹਨਾਂ ਦਾ ਸਾਡਾ ਸਾਥ ਦੇਣ। ਕਿਸ ਤਰ੍ਹਾਂ ਦਾ ਰੋਲ ਹੈ ਤੁਹਾਡੀ? ਨਹੀਂ, ਕਿਸੇ ਤਰ੍ਹਾਂ ਦਾ ਵੀ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਦਾ ਇੰਟਰਫੇਅਰ ਇੱਥੇ ਨਹੀਂ ਕੀਤਾ ਜੀ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ। 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਪੂਰੀ ਖਬਰ ਦੇ ਲਈ ਆਓ ਰੁਕ ਕਰਦੇ ਹਾਂ ਸਟੂਡੀਓ ਵੱਲ। ਵੱਡੀ ਖਬਰ ਪੰਜਾਬ ਦੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਮੇਧ ਸੈਣੀ ਨੂੰ ਇਸ ਮਾਮਲੇ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਤੇ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਉਹਨਾਂ ਦੀ ਸਵੀਕਾਰ ਕਰ ਲਈ ਗਈ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਕਾਰਨ ਦੱਸੋ ਕਿ ਕਿਉਂ ਇੰਨੀ ਜਲਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ। ਵੱਡੀ ਖਬਰ ਸੁਮੇਧ ਸੈਣੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਹਾਈ ਕੋਰਟ ਤੋਂ ਪਹਿਲਾਂ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਹੋ ਚੁੱਕੀ ਸੀ। ਜ਼ਿਲ੍ਹਾ ਸੈਸ਼ਨ ਕੋਰਟ ਮੋਹਾਲੀ ਤੋਂ ਵੀ ਉਹਨਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਉਹ ਖਾਰਜ ਹੋ ਚੁੱਕੀ ਸੀਗੀ। ਕੇਸ ਨੂੰ ਰੱਦ ਕਰਨ ਨੂੰ ਲੈ ਕੇ ਵੀ ਇੱਕ ਅਰਜ਼ੀ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ, ਉਸ ਤੋਂ ਵੀ ਝਟਕਾ ਮਿਲਿਆ ਸੀ ਸੁਮੇਧ ਸੈਣੀ ਨੂੰ। ਪਰ ਹੁਣ ਵੱਡੀ ਖਬਰ ਸੁਪਰੀਮ ਕੋਰਟ ਤੋਂ ਸਾਹਮਣੇ ਆ ਰਹੀ ਹੈ। ਸੁਪਰੀਮ ਕੋਰਟ ਜਿਹੜਾ ਕਿ ਇੱਕੋ ਇੱਕ ਰਾਹ ਬਚਿਆ ਸੀਗਾ ਸੁਮੇਧ ਸੈਣੀ ਕੋਲ, ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਹੁਣ ਸੁਪਰੀਮ ਕੋਰਟ ਨੇ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਹੈ ਉਹ ਐਕਸੈਪਟ ਕਰ ਲਈ ਹੈ ਤੇ ਹੁਣ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਵੱਡੀ ਰਾਹਤ ਸੁਮੇਧ ਸੈਣੀ ਮਾਮਲੇ ਦੇ ਵਿੱਚ ਜਿਹੜੀ ਉਹ ਸਾਹਮਣੇ ਆ ਰਹੀ ਹੈ ਤੇ ਸੁਮੇਧ ਸੈਣੀ ਨੂੰ ਹੁਣ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਪੁਲਿਸ ਦੀ ਟੀਮ SIT ਦੀ ਟੀਮ ਲਗਾਤਾਰ ਸੁਮੇਧ ਸੈਣੀ ਦੀ ਭਾਲ ਕਰ ਰਹੀ ਸੀ। ਛਾਪੇਮਾਰੀਆਂ ਚੱਲ ਰਹੀਆਂ ਸੀ। ਹਿਮਾਚਲ ਸਥਿਤ ਉਹਨਾਂ ਦੇ ਠਿਕਾਣਿਆਂ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਗਈਆਂ ਸੀਗੀਆਂ। ਨਾਲ ਹੀ ਦਿੱਲੀ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੁਮੇਧ ਸੈਣੀ ਦੀ ਭਾਲ ਜਿਹੜੀ ਪੁਲਿਸ ਕਰ ਰਹੀ ਸੀ, ਪਰ ਹੁਣ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੇਗੀ ਸੁਮੇਧ ਸੈਣੀ ਨੂੰ। ਵੱਡੀ ਖਬਰ ਇਸ ਵੇਲੇ ਦੀ ਇਹੀ ਹੈ ਕਿ ਸੁਮੇਧ ਸੈਣੀ ਨੂੰ ਵੱਡੀ ਰਾਹਤ ਸੁਪਰੀਮ ਕੋਰਟ ਤੋਂ ਮਿਲੀ ਹੈ। 1991 ਦਾ ਮਾਮਲਾ ਹੈ। ਇੱਕ RDX ਅਟੈਕ ਹੁੰਦਾ ਹੈ ਤਤਕਾਲੀਨ SSP ਸੁਮੇਧ ਸੈਣੀ ਦੇ ਉੱਤੇ, ਜਿਸ ਵਿੱਚ ਸੁਮੇਧ ਸੈਣੀ ਦੇ 3 ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉਸ ਹਮਲੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲ ਜਾਂਦੇ ਨੇ ਤੇ ਉਸ ਮਾਮਲੇ ਦੇ ਵਿੱਚ ਸੁਮੇਧ ਸੈਣੀ ਵੱਲੋਂ ਮੁਲਤਾਨੀ ਨੂੰ ਚੁੱਕਿਆ ਜਾਂਦਾ ਹੈ, ਜਿਸ ਤੋਂ ਬਾਅਦ ਮੁਲਤਾਨੀ ਤੇ ਤਸ਼ੱਦਦ ਕੀਤੇ ਜਾਣ ਦਾ ਇਲਜ਼ਾਮ ਜਿਹੜਾ ਉਹ ਸੁਮੇਧ ਸੈਣੀ ਤੇ ਲੰਮੇ ਅਰਸੇ ਤੋਂ ਲੱਗਦਾ ਆ ਰਿਹਾ। ਹਾਲਾਂਕਿ 2007 ਦੇ ਵਿੱਚ CBI ਵੱਲੋਂ ਵੀ ਇਸ ਕੇਸ ਤੇ ਵਿੱਚ ਜਿਹੜੀ ਹੈ ਉਹ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਸੀ, ਪਰ 2011 ਦੇ ਵਿੱਚ ਇਸ ਕੇਸ ਨੂੰ ਰਫਾ ਦਫਾ ਕਰ ਦਿੱਤਾ ਗਿਆ ਸੀਗਾ। ਪਰ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ 302 ਦੀ ਧਾਰਾ ਐਤ ਹੋਣ ਤੋਂ ਬਾਅਦ ਸੁਮੇਧ ਸੈਣੀ ਦੀ ਗ੍ਰਿਫਤਾਰੀ ਤੇ ਤਲਵਾਰ ਲਟਕ ਰਹੀ ਸੀ। ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀਆਂ ਦਾ ਦੌਰ ਜਾਰੀ ਸੀਗਾ, ਪਰ ਹੁਣ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਸੁੱਖ ਦਾ ਸਾਹ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਲੈਣਗੇ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਲਗਾਤਾਰ ਇਸ ਦਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਉਹ ਸਾਹਮਣੇ ਆ ਰਿਹਾ ਹੈ, ਪੀੜਿਤ ਪਰਿਵਾਰ ਦੇ ਵਿੱਚ ਗੁੱਸਾ ਸਾਹਮਣੇ ਆ ਰਿਹਾ ਹੈ। ਪਰ ਵਕੀਲ ਦੀ ਦਲੀਲਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਵੱਡੀ ਰਾਹਤ ਜਿਹੜੀ ਉਹ ਸੁਮੇਧ ਸੈਣੀ ਨੂੰ ਸਾਬਕਾ ਪੰਜਾਬ ਦੇ ਪੁਲਿਸ ਮੁਖੀ ਨੂੰ ਦੇ ਦਿੱਤੀ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਖਾਲਿਸਤਾਨ ਦੇ ਪੱਖ 'ਚ ਬਿਆਨ ਦਿੱਤਾ। ਸਿੰਘ ਸਾਹਿਬ ਦੇ ਇਸ ਬਿਆਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਸਾਹਮਣੇ ਭੜਕਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ। ਬੀਤੇ ਦਿਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਨੂੰ ਲੈ ਕੇ ਇੱਕ ਵਾਰ ਫਿਰ ਬਿਆਨ ਦਿੱਤਾ ਸੀ,
ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਇਸ ਬਿਆਨ ਤੇ ਭੜਕੇ। ਜਲੰਧਰ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੂੰ ਅੜੇ ਹੱਥੀ ਲੈਂਦੇ ਹੋਏ ਉਹਨਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਹ ਐਂਟੀ ਨੈਸ਼ਨਲ ਪੰਜਾਬ ਵਿਰੋਧੀ ਲੋਕਾਂ ਦੇ ਖਿਲਾਫ ਹੁੰਦੀ ਹੈ। ਮਾਮਲਾ ਜਥੇਦਾਰ ਸਾਹਿਬ ਵੱਲੋਂ ਦਿੱਤੇ ਖਾਲਿਸਤਾਨ ਦੇ ਬਿਆਨ ਦਾ ਹੈ। ਜੀ ਹਾਂ, ਉਹਨਾਂ ਕਿਹਾ ਕਿ ਬਾਦਲ ਜਥੇਦਾਰ ਵਾਲੇ ਬਿਆਨ ਉੱਤੇ ਆਪਣੀ ਸਫਾਈ ਦੇਣ ਕਿਉਂਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਆਰਡੀਨੈਂਸ ਮਾਮਲੇ ਤੋਂ। ਉਹਨਾਂ ਕਿਹਾ ਕਿ ਜਥੇਦਾਰ ਨੇ ਇਹ ਬਿਆਨ ਬਾਦਲਾਂ ਦੇ ਇਸ਼ਾਰੇ ਤੇ ਦਿੱਤਾ ਹੈ ਕਿ ਪੰਜਾਬ ਨੂੰ ਸੈਪਰੇਟ ਸਿੱਖ ਸਟੇਟ ਦੀ ਮੰਗ ਜਿਹੜਾ ਹੈਗਾ ਪੰਜਾਬ ਦੇ ਉਹ ਸਿਰਮੌਰ ਸੰਸਥਾ ਸੈਪਰੇਟ ਸਟੇਟ ਦੀ ਮੰਗ ਹੈ। ਇੱਕ ਮੈਂ ਸਮਝਦਾ ਆਮ ਆਦਮੀ ਪਾਰਟੀ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੁੰਦੀ ਆ। ਸੋ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਪੰਜਾਬ ਦੀ ਸੱਤਾ ਤੋਂ ਬਾਹਰ ਹੁੰਦਾਗਾ, ਜਦੋਂ ਵੀ ਪੰਜਾਬ ਦੇ ਰਾਜ ਭਾਗ ਤੋਂ ਬਾਹਰ ਹੁੰਦਾਗਾ, ਉਸ ਸਮੇਂ ਉਹ ਐਂਟੀ ਨੈਸ਼ਨਲ, ਉਸ ਸਮੇਂ ਉਹ ਪੰਜਾਬ ਵਿਰੋਧੀ, ਉਸ ਸਮੇਂ ਉਹ ਪੰਜਾਬ ਨੂੰ ਤੋੜਨ ਵਾਲੀਆਂ, ਉਸ ਸਮੇਂ ਆਪਸੀ ਭਾਈਚਾਰੇ ਨੂੰ ਲੜਾਉਣ ਵਾਲੀਆਂ ਗੱਲਾਂ ਕਰਦਾਗਾ। ਇਹ ਲੰਬੇ ਅਰਸੇ ਤੋਂ ਖਾਸਾਗਾ ਅਕਾਲੀ ਦਲ ਦਾ ਕਿ ਜਦੋਂ ਵੀ ਉਹ ਸੱਤਾ ਤੋਂ ਬਾਹਰ ਰਿਹਾਗਾ, ਸੱਤਾ ਤੋਂ ਬਾਹਰ ਰਹਿੰਦੇ ਹੋ ਉਸੇ ਸਮੇਂ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ, ਚਾਹੇ ਆਪਣੇ ਲੀਡਰਾਂ ਦੇ ਦੁਆਰਾ, ਇਸ ਤਰ੍ਹਾਂ ਦੇ ਭੜਕਾਊ ਬਿਆਨ ਦਿੰਦਾਗਾ ਤਾਂ ਕਿ ਪੰਜਾਬ ਦੀ ਜਿਹੜਾ ਸ਼ਾਂਤਮਈ ਮਾਹੌਲ ਆ, ਜਿਹੜਾ ਇੱਕ ਪ੍ਰੋਗਰੈਸਿਵ ਮਾਹੌਲ ਆ, ਉਹ ਖਰਾਬ ਹੋਵੇ। ਸੋ ਅਸੀਂ ਜਿਹੜਾ ਹੈਗਾ ਉਹਦੀ ਨਿੰਦਾ ਕਰਦੇ ਹਾਂ। ਦੂਜੇ ਪਾਸੇ ਬੜਾ ਸਪਸ਼ਟ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਤੇ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਟੋਕ ਕਰਦਾਗਾ ਕਿ ਜਥੇਦਾਰ ਸਾਹਿਬ ਦੇ ਬਿਆਨ ਨੂੰ ਜਿਹੜਾ ਹੈਗਾ ਉਦੋਂ ਸਹਿਮਤ ਆ ਜਾਂ ਅਸਹਿਮਤ ਆ, ਕਿਉਂਕਿ ਲੰਬੇ ਅਰਸੇ ਤੋਂ ਜਿਹੜੇ ਬਿਆਨ ਆ ਰਹੇ ਨੇ ਕਿ ਉਹ ਪੰਜਾਬ ਦੀ ਫਿਜ਼ਾ ਨੂੰ, ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਾਲੇ ਨੇਗੇ। ਪੰਜਾਬ ਵਿੱਚ ਜਿਹੜੀ ਆ ਇਸ ਸਮੇਂ ਜਿਸ ਤਰ੍ਹਾਂ ਦੇਸ਼ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਮਾਮਲਾ ਸਾਹਮਣੇ ਆ ਰਿਹਾ ਕਿ ਇਸ ਸਮੇਂ 3 ਆਰਡੀਨੈਂਸ ਜਿਹੜੇ ਦੇਸ਼ ਦੀ ਪਾਰਲੀਮੈਂਟ 'ਚ ਅੱਜ ਪੇਸ਼ ਹੋਏ ਨੇਗੇ, ਉਹਨਾਂ ਤੇ ਗੱਲ ਕਰਨ ਦੀ ਬਜਾਏ ਮਾਮਲੇ ਨੂੰ ਭੜਕਾਇਆ ਜਾ ਰਿਹਾ ਹੈਗਾ, ਲੋਕਾਂ ਦਾ ਧਿਆਨ ਹਟਾਇਆ ਜਾ ਰਿਹਾ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕਿ ਹੋਰ ਮਾਮਲਿਆਂ 'ਚ ਉੱਡ ਜਾਣ। ਜਿਹੜਾ ਕਿ ਲੋਕਾਂ ਨਾਲ ਜੁੜਿਆ ਹੈ ਮਾਮਲਾ ਗਾ, ਜਿਹੜਾ 3 ਆਰਡੀਨੈਂਸਾਂ ਦਾ ਮਾਮਲਾ, ਉਹ ਤੋਂ ਭੜਕਾ ਕੇ ਧਿਆਨ ਲਿਜਾਇਆ ਜਾ ਰਿਹਾ। ਸੋ ਆਮ ਆਦਮੀ ਪਾਰਟੀ ਜਿਹੜੇ ਐਂਟੀ ਨੈਸ਼ਨਲ ਲੋਕ ਨੇਗੇ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇਗੇ, ਦੇਸ਼ ਦੇ ਸੰਵਿਧਾਨ 'ਚ ਯਕੀਨ ਨਹੀਂ ਰੱਖਦੇ, ਉਹਨਾਂ ਦੇ ਖਿਲਾਫ ਆ। ਬੜਾ ਸਪਸ਼ਟ ਸਾਡਾ ਸਟੈਂਡ ਹੈਗਾ। ਅਸੀਂ ਚਾਹੁੰਦੇ ਹਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਤੇ ਕਾਰਵਾਈ ਕਰੇ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇਗੇ। ਪਰ ਦੂਜੇ ਪਾਸੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਚਾਉਣਾ ਚਾਹੁੰਦੇ ਨੇਗੇ। ਦੋਨੇ ਪਾਰਟੀਆਂ, ਕਾਂਗਰਸ ਪਾਰਟੀ, ਅਕਾਲੀ ਦਲ ਜਿਹੜਾ ਹੈਗਾ ਪੰਜਾਬ ਵਿੱਚ ਮਾਹੌਲ ਵਿਗਾੜਨਾ ਚਾਹੁੰਦੇ ਨੇ। ਉਸ ਮਾਹੌਲ ਵਿਗਾੜਨ ਦੇ ਤਹਿਤ ਹੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਸਟੇਟਮੈਂਟਾਂ ਸਾਹਮਣੇ ਆਉਂਦੀਆਂ ਨੇਗੀਆਂ। ਅੱਜ ਪੰਜਾਬ ਨੂੰ ਸੈਪਰੇਟ ਸਟੇਟ ਦੀ ਮੰਗ ਨਹੀਂ ਹੈਗੀ। ਅੱਜ ਪੰਜਾਬ ਵਿੱਚ ਮੰਗ ਆ ਤਾਂ 3 ਆਰਡੀਨੈਂਸ ਰੱਦ ਕਰਨ ਦੀ ਮੰਗ ਆ। ਜੇ ਅੱਜ ਪੰਜਾਬ ਵਿੱਚ ਮੰਗ ਆ ਤਾਂ ਬੇਰੁਜ਼ਗਾਰੀ ਖਤਮ ਕਰਨ ਦੀ ਮੰਗ ਆ। ਜੇ ਅੱਜ ਮੰਗ ਆ ਤਾਂ ਅੱਜ ਮਾਫੀਆ ਰਾਜ ਦੇ ਖਿਲਾਫ ਐਕਸ਼ਨ ਲੈਣ ਦੀ ਗੱਲ ਆ। ਸੋ ਉਹਨਾਂ ਸਾਰੇ ਮੁੱਦਿਆਂ ਤੋਂ, ਜਿਹੜੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਤੁਕੀਆਂ, ਬੇਬੁਨਿਆਦ, ਬੇਲੋੜੀਆਂ, ਗੈਰ ਜ਼ਿੰਮੇਵਾਰ ਸਟੇਟਮੈਂਟਾਂ ਜਾਰੀ ਕਰਦਾ ਰਹਿੰਦਾਗਾ। ਸੋ ਅਕਾਲੀ ਦਲ ਜਿਹੜਾ ਹੈਗਾ ਇਸ ਮਾਮਲੇ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕਰੇ ਕਿ ਉਹ ਜਥੇਦਾਰ ਸਾਹਿਬ ਦੇ ਬਿਆਨ ਨੂੰ ਜਿਹੜਾ ਹੈਗਾ ਉਹਨੂੰ ਸਹਿਮਤ ਆ ਜਾਂ ਅਸਹਿਮਤ ਆ। ਔਰ ਦੂਜੇ ਪਾਸੇ ਬੀਜੇਪੀ ਵੀ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਇਹਨਾਂ ਹਾਲਾਤਾਂ ਦੇ ਨਾਲ ਉਹਦਾ ਅਲਾਇੰਸ ਜਾਰੀ ਰੱਖੂਗੀ ਜਾਂ ਨਹੀਂ ਰੱਖੂਗੀ। ਇੱਕ ਮਿੰਟ ਪਲੀਜ਼ ਲੈਟ ਮੀ ਕੰਪਲੀਟ ਪਲੀਜ਼ ਮੈਨੂੰ ਕੰਪਲੀਟ ਕਰ ਲੈਣ ਦਿਓ। ਸੋ ਮੇਰਾ ਕਹਿਣ ਦਾ ਭਾਵ ਹੈ ਜਿਹੜਾ ਅਕਾਲੀ ਦਲ ਆ ਉਹ ਹਮੇਸ਼ਾ ਦੋਗਲੀ ਨੀਤੀ ਦੇ ਤਹਿਤ ਕੰਮ ਕਰਦਾਗਾ। ਜਦੋਂ ਸੱਤਾ 'ਚ ਹੁੰਦਾਗਾ ਉਦੋਂ ਪੰਥ ਦੇ ਅਗੇਂਸਟ ਭੁਗਤਦਾਗਾ। ਤੁਸੀਂ ਦੇਖੋ 2015 ਦੇ ਵਿੱਚ ਉਦੋਂ ਪੰਥ ਦੇ ਅਗੇਂਸਟ ਭੁਗਤਿਆ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਉਦੋਂ 2 ਸਾਡੇ ਨੌਜਵਾਨ ਮਾਰੇ। ਇਸੇ ਤਰ੍ਹਾਂ 1986 ਦੇ ਵਿੱਚ ਜਦੋਂ ਸੱਤਾ ਦੇ ਵਿੱਚ ਸੀਗਾ ਉਦੋਂ ਤੁਹਾਨੂੰ ਪਤਾ ਤੁਹਾਡੇ ਨੇੜੇ ਨਕੋਦਰ ਦੇ ਵਿੱਚ 5 ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜਿਆ ਗਿਆ, 2 ਨੌਜਵਾਨ ਮਾਰੇ ਗਏ, ਕੋਈ ਇਨਸਾਫ ਨਹੀਂ ਮਿਲਿਆ। ਬਰਨਾਲਾ ਪਹੁੰਚੇ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੂੰ ਉਸ ਸਮੇਂ ਵੱਡੀ ਸ਼ਕਤੀ ਮਿਲੀ ਜਦੋਂ ਸੰਘਰਸ਼ ਚੋਂ ਨਿਕਲੀ ਇਨਸਾਫ ਦੀ ਆਵਾਜ਼ ਪਾਰਟੀ ਨੇ ਆਪਣੀ ਪਾਰਟੀ ਨੂੰ ਲੋਕ ਇਨਸਾਫ ਪਾਰਟੀ ਵਿੱਚ ਮਰਜ ਕਰ ਦਿੱਤਾ, ਜਿਸ ਤੋਂ ਬਾਅਦ ਪਾਰਟੀ 'ਚ ਖੁਸ਼ੀ ਦੀ ਲਹਿਰ ਦੌੜ ਗਈ। ਪਰ ਇਸ ਮੌਕੇ ਵੀ ਉਹ ਵਿਰੋਧੀਆਂ ਨੂੰ ਭੰਨਣਾ ਨਹੀਂ ਭੁੱਲੇ। ਦੇਖੋ ਪੂਰੀ ਖਬਰ। ਪੰਜਾਬ 'ਚ ਸੱਤਾ ਉੱਤੇ ਕਾਬਜ਼ ਹੋਣ ਲਈ ਵਿਧਾਨ ਸਭਾ 2022 ਹਰ ਸਿਆਸਤਦਾਨ ਲਈ ਟਾਰਗੇਟ ਹੈ, ਜਿਸ ਦੇ ਚੱਲਦੇ ਸਾਰੀਆਂ ਪਾਰਟੀਆਂ ਆਪਣੀ ਜ਼ੋਰ ਅਜ਼ਮਾਇਸ਼ ਕਰ ਆਪਣੀ ਪਾਰਟੀ ਦੇ ਵਿਸਤਾਰ ਵਿੱਚ ਲੱਗੀਆਂ ਹੋਈਆਂ ਨੇ। ਵੈਸੇ ਵੀ ਜਦੋਂ ਚੋਣਾਂ ਨੇੜੇ ਹੁੰਦੀਆਂ ਨੇ ਤਾਂ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ।
ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੰਘਰਸ਼ ਚੋਂ ਨਿਕਲੀ ਇਨਸਾਫ ਦੀ ਆਵਾਜ਼ ਪਾਰਟੀ ਨੇ ਆਪਣੀ ਪਾਰਟੀ ਨੂੰ ਲੋਕ ਇਨਸਾਫ ਪਾਰਟੀ 'ਚ ਮਰਜ ਕਰ ਦਿੱਤਾ। ਇਸ ਮੌਕੇ ਬੈਂਸ ਨੇ ਮੀਡੀਆ ਸਾਹਮਣੇ ਖੁਸ਼ੀ ਜ਼ਾਹਿਰ ਕੀਤੀ। ਅੱਜ ਉਹ ਦਿਨ ਪ੍ਰਸੰਨਤਾ ਵਾਲਾ ਦਾਨਗੜ੍ਹ ਸਾਹਿਬ ਆਪਣੇ ਸਮੁੱਚੇ ਸਾਥੀਆਂ ਸਮੇਤ ਆਪਣੀ ਪਾਰਟੀ ਸਮੇਤ ਅੱਜ ਆਪਣੀ ਪਾਰਟੀ ਦਾ ਮਰਜਰ ਲੋਕ ਇਨਸਾਫ ਪਾਰਟੀ 'ਚ ਕਰ ਰਹੇ ਆ। ਸੋ ਮੈਂ ਇਹਨਾਂ ਨੂੰ ਜਿਉਂ ਆਖਦਾ, ਇਹਨਾਂ ਦਾ ਧੰਨਵਾਦ, ਇਹਨਾਂ ਦੇ ਸਾਥੀਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਜਿਹੜੀ ਭਾਵਨਾ ਨੂੰ ਲੈ ਕੇ ਇਹ ਲੋਕ ਇਨਸਾਫ ਪਾਰਟੀ ਦੇ ਵਿੱਚ ਮਰਜਰ ਕੀਤਾ ਇਹਨਾਂ ਨੇ ਆਪਣੀ ਪਾਰਟੀ ਦਾ, ਇਹਨਾਂ ਦੀ ਭਾਵਨਾ ਦਾ ਰਿਸਪੈਕਟ ਤੇ ਸਤਿਕਾਰ ਕਰਨਾ ਦੋਸਤੋ ਮੇਰੇ ਸਮੇਤ ਲੋਕ ਇਨਸਾਫ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਤੇ ਸਾਰੇ ਮੈਂਬਰ ਦਾ ਮੁੱਢਲਾ ਕਰਤੱਵ ਤੇ ਫਰਜ਼ ਹੋਏਗਾ। ਨਾਲ ਹੀ ਐਲਾਨ ਬਾਰੇ ਗੱਲ ਕਰਦੇ ਹੋਏ ਬੈਂਸ ਨੇ ਕਿਹਾ ਕਿ ਜੇ ਗੱਲ ਨਹੀਂ ਬਣਦੀ ਤਾਂ ਲੋਕ ਇਨਸਾਫ ਪਾਰਟੀ ਇਕੱਲਿਆਂ ਹੀ ਚੋਣ ਲੜੇਗੀ। ਅਲਾਇੰਸ ਦੀ ਲੋਕ ਇਨਸਾਫ ਪਾਰਟੀ ਦਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਥੇਬੰਦਕ ਢਾਂਚਾ ਕਾਇਮ ਆ, ਬਟ ਉਹਨਾਂ ਲੋਕਾਂ ਨੂੰ ਲੈ ਕੇ ਜਿਹੜੇ ਇਮਾਨਦਾਰ ਹੈ, ਜਿਹੜੇ ਪੰਜਾਬ ਪ੍ਰਤੀ ਸਮਰਪਿਤ ਸੋਚ ਲੈ ਕੇ ਤੁਰੇ ਹੋਏ ਰਾਜਨੀਤੀ ਦੇ ਅੰਦਰ, ਸਾਨੂੰ ਕੋਈ ਜ਼ਰੂਰਤ ਪਊਗੀ ਤਾਂ ਆਈਡੀਓਲੋਜੀ ਦਾ ਗੱਠਜੋੜ ਹੀ ਕਰਾਂਗੇ, ਗੈਰ ਆਈਡੀਓਲੋਜੀ ਦਾ ਗੱਠਜੋੜ ਕਦੇ ਵੀ ਨਹੀਂ। ਐਂਡ ਜੇ ਇਹ ਕਹਿ ਲਈਏ ਵੀ ਕਿਸੇ ਕੋਈ ਗੱਲ ਕਾਰਨ ਕੋਈ ਅਲਾਇੰਸ ਨਹੀਂ ਸਿਰੇ ਚੜ੍ਹਦਾ, ਫਿਰ ਲੋਕ ਇਨਸਾਫ ਪਾਰਟੀ ਇਕੱਲਿਆਂ ਚੋਣ ਲੜੇਗੀ। ਕਿਸਾਨ ਆਰਡੀਨੈਂਸ ਮਾਮਲੇ ਤੇ ਬਾਦਲਾਂ ਨੂੰ ਸ਼ਬਦੀ ਚਪੇੜਾ ਮਾਰਦੇ ਹੋਏ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਆਪਣਾ ਚਮੜਾ ਬਚਾਉਣ ਵਾਸਤੇ ਮੋਦੀ ਦਾ ਤੋਤਾ ਬਣਿਆ ਹੋਇਆ ਹੈ। ਬਾਦਲ ਪਰਿਵਾਰ ਆਪਣਾ ਚਮੜਾ ਬਚਾਉਣ ਵਾਸਤੇ ਮੋਦੀ ਦਾ ਤੋਤਾ ਬਣਿਆ ਹੋਇਆ, ਮਜਬੂਰੀ ਉਹਨਾਂ ਦੀ, ਮੋਦੀ ਦੀ ਭਾਸ਼ਾ ਬੋਲਣੀ ਉਹਨਾਂ ਦੀ ਇੱਕ ਮਜਬੂਰੀ ਬਣੀ ਹੋਈ ਆ। ਇੱਕ ਦਿਨ ਪਹਿਲਾਂ ਸੁਖਬੀਰ ਬਾਦਲ ਇੱਕ ਗਿੱਦੜ ਚਿੱਠੀ ਦਿਖਾਉਂਦੇ ਆ ਮੰਤਰੀ ਦੀ, ਐਮਐਸਪੀ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਠੇਕਾ ਲਿਆ ਅਕਾਲੀ ਦਲ ਦੇ ਲੀਡਰਾਂ ਨੇ। ਐਮਐਸਪੀ ਦੀ ਗੱਲ ਕਰਾਂ, ਮੈਂ ਸਹਿਮਤ ਹੋ ਜਾਣਾ ਵੀ ਐਮਐਸਪੀ ਨਹੀਂ ਟੁੱਟੂਗੀ। ਸਾਈਕਲ ਯਾਤਰਾ ਦੌਰਾਨ ਬੰਗਾ ਤੇ ਨਵਾਂ ਸ਼ਹਿਰ ਦੁਆਬਾ ਮੱਕੀ ਦੀ ਉਪਜ ਵਾਸਤੇ ਨੰਬਰ 1 ਤੇ ਆ। ਮੈਂ ਪੱਤਰਕਾਰ ਦੋਸਤਾਂ ਨੂੰ ਨਾਲ ਲੈ ਕੇ ਗਿਆ, ਮੈਂ ਪੱਤਰਕਾਰ ਸਾਥੀਆਂ ਨੂੰ ਕਿਹਾ ਵੀ ਆ ਕਿਸਾਨ ਨੇ ਮੱਕੀ ਵੇਚੀ ਆ, ਪੁੱਛੋ ਕੀ ਭਾ। ਪੱਤਰਕਾਰਾਂ ਨੇ ਸਵਾਲ ਕੀਤਾ ਤੇ ਕਿਸਾਨ ਨੇ ਜਵਾਬ ਦਿੱਤਾ 650 ਰੁਪਏ ਕੁਇੰਟਲ। ਮੋਤੀਆਂ ਵਰਗੀ ਮੱਕੀ ਤੇ ਮੱਕੀ ਦਾ ਐਮਐਸਪੀ ਹੈਗਾ 1850 ਰੁਪਏ ਪ੍ਰਤੀ ਕੁਇੰਟਲ। ਆਉਣ ਵਾਲੇ ਸਾਲ ਦੇ ਵਿੱਚ ਕਣਕ ਤੇ ਚਾਵਲ ਜਿਹੜੀ ਪੰਜਾਬ ਦੀ ਮੁੱਖ ਫਸਲ ਆ ਉਹ ਵੀ ਅੱਧੇ ਪੌਣੇ ਭਾਅ ਵਿਕਣੀ ਆ, ਕੋਈ ਸਰਕਾਰੀ ਖਰੀਦ ਏਜੰਸੀ ਨਹੀਂ ਹੋਣੀ, ਐਮਐਸਪੀ ਰਹੇਗੀ। ਸੁਖਬੀਰ ਬਾਦਲ ਅੱਜ ਜਿਹੜੀ ਪਾਰਟੀ ਦੇ ਉੱਤੇ ਕਾਬਜ਼ ਬਣ ਕੇ ਡਿਕਟੇਟਰ ਬਣਿਆ ਹੋਇਆ ਅਕਾਲੀ ਦਲ ਤਾਂ ਰਾਜਾਂ ਦੇ ਵੱਧ ਅਧਿਕਾਰਾਂ ਦਾ ਲੰਬੜਦਾਰ ਰਿਹਾ ਪੂਰੇ ਦੇਸ਼ ਦੇ ਅੰਦਰ। ਜੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ ਤੇ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਕੀਤੀ। ਅੱਜ ਅਫਸੋਸ ਹੈ ਕਿ ਉਸ ਪਾਰਟੀ ਦਾ ਪ੍ਰਧਾਨ ਆਪਣੇ ਟੱਬਰ ਦਾ ਚਮੜਾ ਬਚਾਉਣ ਵਾਸਤੇ ਮੋਦੀ ਦਾ ਤੋਤਾ ਬਣਿਆ ਹੋਇਆ। 7ਵਾਂ ਸ਼ਡਿਊਲ 14ਵੀਂ ਐਂਟਰੀ ਐਗਰੀਕਲਚਰ ਐਂਡ 26ਵੀਂ ਐਂਟਰੀ ਐਗਰੀਕਲਚਰ ਉਤਪਾਦਨ ਦਾ ਮੰਡੀਕਰਨ ਮਾਰਕੀਟਿੰਗ, ਇਹ ਸਟੇਟ ਸਬਜੈਕਟ ਹੈ, ਮੋਦੀ ਦੇ ਸਬਜੈਕਟ ਨਹੀਂ, ਕੇਂਦਰ ਦੇ ਸਬਜੈਕਟ ਨਹੀਂ। ਅੱਜ ਅਕਾਲੀ ਦਲ ਚੁੱਪ ਤੇ ਖਾਮੋਸ਼ ਕਿਉਂ ਆ? ਸਟੇਟ ਅਧਿਕਾਰਾਂ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ, ਖੇਤੀ ਸੁਧਾਰ ਆਰਡੀਨੈਂਸ, ਸਾਡਾ ਆਰਥਿਕ ਤੌਰ ਤੇ ਲੱਕ ਟੁੱਟਣਾ। ਜੇ ਇਹ ਲਾਗੂ ਹੋ ਗਏ 8-10 ਸਾਲਾਂ ਦੇ ਵਿੱਚ ਪੰਜਾਬ ਦਾ ਕਿਸਾਨ 80% ਬੇਜ਼ਮੀਨਾ ਹੋਣਾ। ਕਾਰਪੋਰੇਟ ਅਡਾਨੀ ਵਰਗੇ ਜਿਨ੍ਹਾਂ ਨੇ ਡਗਰੂ ਪੈਂਡਾ ਫਿਰੋਜ਼ਪੁਰ ਤੋਂ ਮੋਗਾ ਰੋਡ ਦੇ ਉੱਤੇ ਆ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕੀਤਾ, ਇੱਥੇ ਟ੍ਰੇਨ ਅੰਦਰ ਜਾਂਦੀ ਆ ਸਿੱਧੀ। ਉਹ ਕਿਸਾਨਾਂ ਦੀ ਜਿਣਸ ਖਰੀਦਣਗੇ ਅੱਧੇ ਪੌਣੇ ਭਾਅ ਕਣਕ ਤੇ ਚਾਵਲ, 2-2 3-3 ਸਾਲ ਦੋਸਤ ਪੈਸੇ ਨਹੀਂ ਦੇਣਗੇ। ਸੁਖਬੀਰ ਬਾਦਲ ਮਿਸਗਾਈਡ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਲੋਕ ਕਦੇ ਸੁਖਬੀਰ ਬਾਦਲ ਐਂਡ ਕੰਪਨੀ ਨੂੰ ਮਾਫ ਨਹੀਂ ਕਰਨਗੇ ਇਸ ਕੁਤਾਹੀ ਬਦਲੀ। ਇਨਸਾਫ ਦੀ ਆਵਾਜ਼ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਵੀ ਇਸ ਮੌਕੇ ਲੋਕ ਇਨਸਾਫ ਪਾਰਟੀ 'ਚ ਮਰਜ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਈ ਗੱਲਾਂ ਤੋਂ ਜਾਣੂ ਕਰਵਾਇਆ। ਸਾਡੀ ਪਾਰਟੀ ਇੱਕ ਸੰਘਰਸ਼ ਦੇ ਵਿੱਚੋਂ ਨਿਕਲੀ ਸੀ। ਅਸੀਂ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਚਿੱਟ ਫੰਡ ਕੰਪਨੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਤੋਂ ਲਾਇਸੈਂਸ ਲੈ ਕੇ ਲੋਕਾਂ ਨੂੰ ਝਾਂਸੇ ਦੇ ਕੇ ਕਿ ਅਸੀਂ ਤੁਹਾਨੂੰ ਚੰਗਾ ਮੁਨਾਫਾ ਦੇਵਾਂਗੇ, ਜਿਹਨੂੰ ਪੰਜਾਬ ਦੀਆਂ ਸਰਕਾਰਾਂ ਸਮੇਂ-ਸਮੇਂ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ ਉਹ ਪ੍ਰਮੋਟ ਕਰਦੇ ਰਹੇ। ਉਹਨਾਂ ਦੇ ਖਿਲਾਫ ਅਸੀਂ ਲੜਦੇ ਅਖੀਰ ਤੇ ਸੰਘਰਸ਼ ਤੋਂ ਬਾਅਦ ਅਸੀਂ ਰਾਜਨੀਤੀ 'ਚ ਕੁੱਦੇ ਸੀ। ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਅਸੀਂ 40 ਦੇ ਲਗਭਗ ਪੂਰੇ ਇੰਡੀਆ ਦੇ ਵਿੱਚ ਇਲੈਕਸ਼ਨਾਂ ਲੜੀਆਂ, ਜਿਨ੍ਹਾਂ 'ਚੋਂ ਪੰਜਾਬ ਦੇ ਵਿੱਚ 7 ਸੀਟਾਂ ਤੇ ਯੂਪੀ, ਐਮਪੀ, ਝਾਰਖੰਡ ਤੇ ਬਿਹਾਰ ਦੇ ਵਿੱਚ ਅਸੀਂ ਉਹ ਜਿਹੜੇ ਸਾਡੇ ਕੈਂਡੀਡੇਟ ਸੀ, ਸਾਡੇ ਜਿਹੜੇ ਉੱਥੋਂ ਦੇ ਵਿੰਗ ਸੀ ਪਾਰਟੀ ਦੇ, ਉਹ ਸਾਰੇ ਅੱਜ ਲੋਕ ਇਨਸਾਫ ਪਾਰਟੀ 'ਚ ਮਰਜ ਹੋ ਗਏ ਨੇ। ਅੱਜ ਅਸੀਂ ਜਿੰਨੀ ਸਾਡੀ ਪੰਜਾਬ ਦੀ ਲੀਡਰਸ਼ਿਪ ਆ ਇਸ ਟਾਈਮ, ਕਿਉਂਕਿ ਕਰੋਨਾ ਦੇ ਕਰਕੇ ਦੂਜੀਆਂ ਸਟੇਟਾਂ 'ਚੋਂ ਨਹੀਂ ਅਸੀਂ ਉਹ ਬੁਲਾ ਸਕੇ, ਅੱਜ ਸਾਡੀ ਜਿਹੜੀ ਟੀਮ ਹੈ 700 ਜਿਹੜਾ ਸਾਡਾ ਅਹੁਦੇਦਾਰ ਆ ਪੰਜਾਬ ਦੇ ਵਿੱਚ ਉਹ ਇੱਥੇ ਆਇਆ। ਉਹਨਾਂ ਸਮੇਤ ਅਸੀਂ ਸਾਰੇ ਦੇ ਸਾਰੇ ਅੱਜ ਲੋਕ ਇਨਸਾਫ ਪਾਰਟੀ ਜੁਆਇਨ ਕਰ ਰਹੇ।
ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਾਰਕੁਨਾਂ ਕਿਸਾਨਾਂ ਵੱਲੋਂ ਆਪਣੇ ਦਿੱਤੇ ਸੱਦੇ ਤਹਿਤ ਹਰੀਕੇ ਹੈੱਡ ਪੁਲ ਤੇ ਧਰਨਾ ਦਿੱਤਾ। ਇਸ ਮੌਕੇ ਜਥੇ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਸਿਆਸਤਦਾਨ ਕੋਆਪਰੇਟਿਵ ਘਰਾਣਿਆਂ ਦਾ ਫਾਇਦਾ ਸੋਚ ਹਰ ਫੈਸਲਾ ਏਸੀ 'ਚ ਬੈਠ ਕੇ ਲੈ ਤਾਂ ਲੈਂਦੇ ਨੇ, ਪਰ ਇਹਨਾਂ ਦੇ ਫੈਸਲਿਆਂ ਦਾ ਆਮ ਲੋਕਾਂ ਤੇ ਕੀ ਅਸਰ ਹੁੰਦਾ ਹੈ, ਇਸ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਜਿਹਾ ਹੀ ਫੈਸਲਾ ਲਿਆ ਮੋਦੀ ਸਾਹਿਬ ਨੇ। ਉਹ ਹੈ 3 ਕਿਸਾਨੀ ਨਾਲ ਸੰਬੰਧਿਤ ਆਰਡੀਨੈਂਸ ਦਾ ਫੈਸਲਾ, ਜਿਸ ਦੇ ਖਿਲਾਫ ਕਿਸਾਨ ਦਿਨ ਰਾਤ ਸੰਘਰਸ਼ ਕਰ ਰਹੇ ਨੇ। ਜੇਲ੍ਹ ਭਰੋ ਅੰਦੋਲਨ, ਪੁਲ ਜਾਮ ਸੱਦਾ, ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਤੇ ਰੁਲਣ ਲਈ ਮਜਬੂਰ ਹੈ, ਪਰ ਸਰਕਾਰਾਂ ਬੇਸ਼ਰਮ ਨੇ। ਬੀਤੀ ਸ਼ਾਮ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਕਾਰਕੁਨਾਂ ਕਿਸਾਨਾਂ ਵੱਲੋਂ ਆਪਣੇ ਦਿੱਤੇ ਸੱਦੇ ਤਹਿਤ ਅੰਮ੍ਰਿਤਸਰ ਬਠਿੰਡਾ ਮਾਰਗ ਅਤੇ ਮਾਝਾ ਮਾਲਵਾ ਨੂੰ ਜੋੜਨ ਵਾਲੇ ਹਰੀਕੇ ਹੈੱਡ ਪੁਲ ਤੇ ਧਰਨਾ ਦਿੱਤਾ। ਇਸ ਜਥੇ ਅੰਦਰ ਵੱਡੀ ਤਾਦਾਦ ਦੇ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂ ਨੇ ਮੋਦੀ ਖਿਲਾਫ ਖੂਬ ਭੜਾਸ ਕੱਢੀ ਅਤੇ ਸ਼ਬਦੀ ਚਪੇੜਾਂ ਮਾਰੀਆਂ। ਅੱਜ ਜੋ ਅਸੀਂ ਪੁਲਾਂ ਨੂੰ 3 ਪੁਲਾਂ ਨੂੰ ਜਾਮ ਕਰਨ ਦਾ ਸੱਦਾ ਦਿੱਤਾ ਤੇ ਜੇਲ੍ਹ ਭਰੋ ਅੰਦੋਲਨ ਜਿਹੜਾ ਉਹ ਸਾਡੇ 8ਵੇਂ ਦਿਨ 'ਚ ਆ। ਫਿਰੋਜ਼ਪੁਰ, ਤਰਨਤਾਰਨ ਤੇ ਅੰਮ੍ਰਿਤਸਰ ਉਹ ਮੋਰਚੇ ਲੱਗੇ ਹੋਏ ਆ ਜੇਲ੍ਹ ਭਰੋ ਵਾਲੇ ਵੀ। ਇਹ ਸੱਦਾ ਤਾਂ ਦਿੱਤਾ ਗਿਆ ਵੀ ਅੱਜ 14 ਤਰੀਕ ਨੂੰ ਜਿਹੜਾ ਮਾਨਸੂਨ ਦਾ ਸੈਸ਼ਨ ਜਲਾਸ ਹੋ ਰਿਹਾ ਵਾ ਦਿੱਲੀ ਦੇ ਵਿੱਚ, ਸਾਡੀ ਮੰਗ ਹੈ ਕਿ ਉਹਦੇ ਜਿਹੜੇ 3 ਖੇਤੀ ਆਰਡੀਨੈਂਸ ਆ ਤੇ ਬਿਜਲੀ ਸੋਧ ਬਿੱਲ 2020 ਉਹ ਰੱਦ ਕੀਤੇ ਜਾਣ, ਕਿਉਂਕਿ ਇਹਨਾਂ ਦੇ ਇਹ ਆਰਡੀਨੈਂਸ ਹੈ ਕਿਸਾਨ ਦੇ ਵਿਰੋਧੀ ਆ। ਇਹ ਕਿਸਾਨੀ ਕਿੱਤਾ ਤਬਾਹ ਕਰ ਦੇਣਗੇ। ਕਾਰਪੋਰੇਟ ਘਰਾਣਿਆਂ ਦੇ ਥੱਲੇ ਉਹ ਸਾਰਾ ਕਿੱਤਾ ਕਿਸਾਨੀ ਚੱਲ ਜੂਗਾ ਤੇ ਨਾਲ ਹੀ ਉਹਨਾਂ ਦੀਆਂ ਜ਼ਮੀਨਾਂ ਚੱਲ ਜਾਣਗੀਆਂ। ਬਾਬੇ ਬੰਦਾ ਸਿੰਘ ਬਹਾਦਰ ਦੀ ਦਿੱਤੀ ਹੋਈ ਜ਼ਮੀਨ ਜਿਹੜੀ 300 ਸਾਲ ਪਹਿਲਾਂ ਉਹ ਸਦੀਆਂ ਵਾਸਤੇ ਜਾਊਗੀ ਤੇ ਕਿਸਾਨ ਘਸਿਆਰੇ ਬਣ ਜਾਣਗੇ ਤੇ ਗੁਲਾਮ ਹੋ ਜਾਣਗੇ। ਦੂਜੀ ਇਹ ਆ ਵੀ ਸਰਕਾਰ ਜਿਹੜੀ ਕਹਿ ਰਹੀ ਵੀ MSP, ਅਕਾਲੀ ਦਲ ਵੀ ਕਹਿ ਰਿਹਾ ਵੀ MSP ਜਾਰੀ ਰਹੂਗੀ। MSP ਤੇ ਅੱਗੇ ਵੀ 23 ਫਸਲਾਂ ਦੇ ਐਲਾਨਦੇ ਆ, ਪਰ ਕਿਸਾਨ ਜਿਹੜੀ ਕਣਕ ਝੋਨਾ ਸਿਰਫ ਇਹ ਖਰੀਦਦੇ ਸੀ। ਹੁਣ ਉਹਦੇ ਤੋਂ ਵੀ ਇਹ ਜਿਹੜੇ ਆ ਇਹਨਾਂ ਦੀ ਭੱਜਣ ਦੀ ਉਹਨਾਂ ਤੋਂ ਵੀ ਉਹਨਾਂ ਦੀ ਭੱਜਣ ਦੀ ਜਿਹੜੀ ਆ ਤਿਆਰੀ ਆ ਸਾਰੀ। ਹੁਣ ਮਕਈ ਦਾ ਹਾਲ ਜੋ ਵੇਖਿਆ ਵਾ ਵੀ ਮਕਈ ਜਿਹੜੀ 1850 ਰੇਟ ਸੀ, ਪਰ ਉਹ 600-650 ਰੁਪਏ ਦੇ ਲਾਗੇ ਬੰਨੇ ਵਿਕੀ ਆ। ਜੇ ਮਕਈ ਨਹੀਂ ਵਿਕਾ ਸਕੇ, ਜਿਹੜੀ 1% ਲੋਕ ਬੀਜਦੇ ਆ, ਦਾਲ ਨਹੀਂ ਵਿਕਾ ਸਕੇ ਜਾਂ ਤੇਲ ਵਾਲੀ ਚੀਜ਼ ਨਹੀਂ ਵਿਕਾ ਸਕੇ, ਤੇ ਕਣਕ ਝੋਨਾ ਕਿੱਥੋਂ ਵਿਕਾ ਦੇਣਗੇ? ਅਸਲ 'ਚ ਕੀ ਆ ਵੀ ਜਿਹੜੀ MSP ਇਹ ਐਲਾਨ ਵੀ ਦੇਣਗੇ ਤੇ MSP ਦੇ ਵਿੱਚ ਜਿਹੜੀ ਲਾਣਨਗੇ ਉਹਦੇ ਵਿੱਚ ਸਿਰਫ ਜਿਹੜੀ PDS ਵਾਸਤੇ ਚਾਹੀਦੀ ਅੰਨ ਸੁਰੱਖਿਆ ਕਾਨੂੰਨ ਵਾਸਤੇ ਇਹਨਾਂ ਨੂੰ ਜਿੰਨੀ ਕੁ ਚਾਹੀਦੀ ਹੈ ਕੇਂਦਰ ਸਰਕਾਰ ਨੂੰ, ਉਹਨਾਂ ਕੁ ਅਨਾਜ ਖਰੀਦਣਗੇ, ਬਾਕੀ ਅਨਾਜ ਨਹੀਂ ਖਰੀਦਣਗੇ। ਬਾਕੀ ਅਨਾਜ ਜਿਹੜਾ ਉਹ ਵਪਾਰੀਆਂ ਦੀ ਲੁੱਟ ਵਾਸਤੇ ਖੁੱਲ੍ਹਾ ਛੱਡ ਦੇਣਗੇ ਤੇ ਵਪਾਰੀ ਜਿਹੜੇ ਆ ਇੱਕ ਵਾਰ ਥੋੜੇ ਬੜੇ ਪੈਸੇ 1-2 ਵਾਰ ਵੱਧ ਦੇ ਕੇ ਉਸ ਤੋਂ ਬਾਅਦ ਕਿਸਾਨਾਂ ਨੂੰ ਵੱਡੇ ਪੱਧਰ ਤੇ ਲੁੱਟ ਕਰਨਗੇ। ਇਸ ਕਰਕੇ ਸਾਡਾ ਬਹੁਤ ਵੱਡਾ ਵਿਰੋਧ ਆ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਸੰਸਦ ਮੈਂਬਰ ਆ ਅੱਜ ਪਾਰਲੀਮੈਂਟ ਦੇ ਵਿੱਚ ਇਹਦੇ ਖਿਲਾਫ ਵੋਟ ਪਾਉਣ ਤੇ ਆਪਣਾ ਜਿਹੜਾ ਵਾ ਇਹਨੂੰ ਰੋਕਣ ਵਾਸਤੇ ਇਹਨਾਂ ਆਰਡੀਨੈਂਸਾਂ ਨੂੰ ਆਪਣਾ ਯਤਨ ਕਰਨ। ਜੇਕਰ ਜਿੰਨਾ ਵੀ ਪੋਲੀਟੀਕਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇਹਦੇ ਹੱਕ 'ਚ ਵੋਟ ਨਾ ਆਪਣੇ ਵਿਰੋਧ ਇਹਦੇ ਹੱਕ 'ਚ ਵੋਟ ਪਾਈ, ਇਹਨਾਂ ਆਰਡੀਨੈਂਸਾਂ ਦੇ ਹੱਕ 'ਚ ਵੋਟ ਪਾਈ, ਉਹਨਾਂ ਨੂੰ ਅਸੀਂ ਪਿੰਡਾਂ 'ਚ ਵੜਨ ਤੱਕ ਨਹੀਂ ਦਿਆਂਗੇ, ਉਹਨਾਂ ਦੇ ਨਾਕੇਬੰਦੀ ਕਰਾਂਗੇ। ਦੂਸਰਾ ਇਹ ਆ ਵੀ ਜਿਹੜਾ ਸਾਡਾ ਜਿਹੜਾ ਅਕਾਲੀ ਦਲ ਬਾਦਲ ਇਹ ਕਹਿ ਰਿਹਾ ਹੁਣ ਯੂ ਟਰਨ ਲੈਂਦੇ ਆ, ਉਹਨੇ ਕਿਹਾ ਵਾ ਵੀ ਇਹਦੇ ਵਿਚਾਰ ਕੀਤੀ ਜਾਵੇ, ਮੋਦੀ ਸਰਕਾਰ ਨੂੰ ਕਹਿ ਰਿਹਾ ਇਹਦੇ ਦੁਬਾਰਾ ਵਿਚਾਰ ਕੀਤੀ ਜਾਵੇ, ਇਹਦੇ ਤੇ ਜਿਹੜਾ ਵਾ ਉਹਨਾਂ ਚਿਰ ਇਹਨੂੰ ਸੰਸਦ ਵਿੱਚ ਪੇਸ਼ ਨਾ ਕੀਤਾ ਜਾਵੇ। ਪਰ ਅਸੀਂ ਅਕਾਲੀ ਦਲ ਨੂੰ ਕਹਾਂਗੇ ਵੀ ਅਕਾਲੀ ਦਲ ਦਾ ਜਿਹੜੇ ਸਿਧਾਂਤ ਹੈ 1920 ਵਾਲਾ ਅਕਾਲੀ ਦਲ ਆ, ਉਹਦੇ ਵਿੱਚ ਵੱਧ ਅਧਿਕਾਰਾਂ ਦੀ ਆਪਾਂ ਮੰਗ ਕਰਦੇ ਰਹੇ ਆ। ਉਹਦੇ ਵਿੱਚ ਜਿਹੜਾ ਫੈਡਰਲਿਜ਼ਮ ਆ ਉਹਦੇ ਵਾਸਤੇ ਅਕਾਲੀ ਦਲ ਲੜਦਾ ਰਿਹਾ, ਪਰ ਅੱਜ ਫੈਡਰਲਿਜ਼ਮ ਤੇ ਹਮਲਾ, ਕਿਉਂਕਿ ਜਿਹੜਾ ਖੇਤੀ ਤੇ ਬਿਜਲੀ ਦੇ ਦੋਵੇਂ ਵਿਸ਼ੇ ਆ ਰਾਜਾਂ ਦੇ ਵਿਸ਼ੇ ਆ, ਨਾਲ ਹੀ ਉਹ ਜਿਹੜਾ ਕਿਰਤ ਕਾਨੂੰਨ ਵਾਲਾ ਕਾਨੂੰਨ ਉਹ ਵੀ ਪਾਸ ਕਰ ਰਿਹਾ ਜਿਹੜੇ ਰਾਜਾਂ ਦੇ ਵਿਸ਼ੇ ਆ। ਰਾਜਾਂ ਦੇ ਵਿਸ਼ਿਆਂ ਨੂੰ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ, ਇਹ ਫੈਡਰਲਿਜ਼ਮ ਤੇ ਕਿਸਾਨਾਂ ਦੇ ਕਿੱਤੇ ਦੇ ਨਾਲ ਫੈਡਰਲਿਜ਼ਮ ਤੇ ਬਹੁਤ ਵੱਡਾ ਹੱਲਾ ਵਾ। ਇਸ ਕਰਕੇ ਅਸੀਂ ਅਕਾਲੀ ਦਲ ਨੂੰ ਕਹਿੰਦੇ ਆ ਵੀ ਆਪਣੇ ਸਿਧਾਂਤਾਂ ਤੇ ਖੜਾ ਹੋ। ਅੱਜ ਜਿਹੜਾ ਵਾ ਅੱਜ ਮਾੜੀ ਮੋਟੀ ਤੁਹਾਨੂੰ ਆਪਣੇ ਕੋਈ ਸਿਧਾਂਤਾਂ ਦੀ ਗੱਲ ਹੈਗੀ ਆ ਤੇ ਉੱਥੋਂ ਅਸਤੀਫਾ ਦਿਓ। ਅਕਾਲੀ ਮੋਦੀ ਸਰਕਾਰ ਦੇ ਵਿੱਚੋਂ ਆਪਣੀ ਜਿਹੜੀ ਹਰਸਿਮਰਤ ਕੌਰ ਆ ਬਾਦਲ ਕੇਂਦਰੀ ਮੰਤਰੀ, ਉਹਦਾ ਅਸਤੀਫਾ ਦਿਵਾਓ ਤੇ 3 ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਜਿਹੜਾ ਵਾ ਉਹਨੂੰ ਰੱਦ ਕਰਨ ਦੀ ਮੰਗ ਕਰੋ। ਇਹ ਸਾਡੀ ਮੰਗ ਆ ਤੇ ਅਸੀਂ ਜਿਹੜਾ ਵਾ ਅੰਦੋਲਨ ਇੱਥੇ ਜਿਹੜਾ ਵਾ ਉਹ ਤੇਜ਼ ਕਰਾਂਗੇ ਤੇ ਇਹ ਤੋਂ ਜੇ ਲੰਮਾ ਵੀ ਚਲਾਵਾਂਗੇ। ਇਹ ਹੁਣ ਕਿੰਨੇ ਚਿਰ ਵਾਸਤੇ ਸੰਘਰਸ਼ ਜਿਹੜੇ ਸ਼ੁਰੂ ਕੀਤੇ ਜਾ ਰਹੇ?
ਇਹ ਜਿਹੜੇ ਸੰਘਰਸ਼ ਸ਼ੁਰੂ ਕੀਤੇ ਜਾ ਰਹੇ ਆ, ਸ਼ਾਮ ਨੂੰ ਸਾਡੀ 6 ਵਜੇ ਫਿਰ ਮੀਟਿੰਗ ਹੋਊਗੀ, ਉਹਦੇ ਵਿੱਚ ਅਗਲਾ ਜਿਹੜਾ ਵਾ ਉਹਦੇ ਅਗਲਾ ਉਹਦੇ ਵਾਸਤੇ ਫਿਰ ਉਹਦੇ ਵਿੱਚ ਉਹਦੀ ਸਾਰੀ ਸੋਚ ਵਿਚਾਰ ਕੀਤੀ ਜਾਊਗੀ। ਤੇ ਬਾਕੀ ਦਾ ਸਾਡਾ ਜੇਲ੍ਹ ਭਰੋ ਮੋਰਚਾ ਉਹ ਲਗਾਤਾਰ ਜਾਰੀ ਆ। ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ ਉਹ ਲਗਾਤਾਰ ਜਾਰੀ ਆ। ਉੱਥੇ ਹੁਣ ਵੀ ਜਿਹੜਾ ਮੋਰਚੇ ਲੱਗੇ ਹੋਏ ਆ। ਅੰਮ੍ਰਿਤਸਰ ਦੇ ਪਿੰਡ ਮੋਹਨ ਭੰਡਾਰਿਆ 'ਚ ਇੱਕ ਲਾਲਚੀ ਪਤਨੀ ਨੇ ਜ਼ਮੀਨ ਦੇ ਚੱਕਰ 'ਚ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਭਰਾ ਆਪਣੇ ਭਰਾ ਨੂੰ ਜ਼ਮੀਨ 'ਚੋਂ ਹਿੱਸਾ ਦੇਣਾ ਚਾਹੁੰਦਾ ਸੀ, ਪਰ ਪਤਨੀ ਨੂੰ ਇਹ ਨਾਮਨਜ਼ੂਰ ਰਿਹਾ, ਜਿਸ ਕਾਰਨ ਉਸਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਕੇ ਛੱਤ ਤੇ ਟੰਗ ਦਿੱਤਾ। ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ, ਬੇਸ਼ਰਮਗੀ ਦੀਆਂ ਹੱਦਾਂ ਪਾਰ ਕਰਦਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਪਿੰਡ ਮੋਹਨ ਭੰਡਾਰਿਆਂ 'ਚੋਂ, ਜਿੱਥੇ ਇੱਕ ਕਲਯੁਗੀ ਪਤਨੀ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਦਾਗਦਾਰ ਕਰਦੇ ਹੋਏ ਜ਼ਮੀਨ ਦੇ ਚੱਕਰ 'ਚ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੀ ਹਾਂ, ਮਾਮਲਾ ਅੰਮ੍ਰਿਤਸਰ ਦੇ ਪਿੰਡ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤਨੀ ਪਰਮਜੀਤ ਕੌਰ ਆਪਣੇ ਪਤੀ ਦੇ ਨਾਲ ਜਿਸ ਘਰ 'ਚ ਰਹਿੰਦੀ ਸੀ, ਉਸ ਘਰ ਦੇ ਆਸ-ਪਾਸ ਦੀ ਜ਼ਮੀਨ ਨੂੰ ਉਹ ਵੇਚਣਾ ਚਾਹੁੰਦੀ ਸੀ, ਪਰ ਉਸਦੇ ਪਤੀ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸਦਾ ਇੱਕ ਭਰਾ ਸੀ ਜਿਸ ਨੂੰ ਉਹ ਇਸ ਦੇ ਵਿੱਚੋਂ ਹਿੱਸਾ ਦੇਣਾ ਚਾਹੁੰਦਾ ਸੀ, ਪਰ ਪਰਮਜੀਤ ਨੂੰ ਇਹ ਮਨਜ਼ੂਰ ਨਹੀਂ ਸੀ। ਆਖਿਰ ਕੀ ਸੀ ਪੂਰਾ ਮਾਮਲਾ, ਆਓ ਜਾਣਦੇ ਹਾਂ ਪਰਿਵਾਰਕ ਮੈਂਬਰਾਂ ਤੋਂ। ਮੈਟਰ ਹੀ ਫੈਮਿਲੀ ਮੈਟਰ ਹੀ ਕਿ ਲੜਾਈ ਝਗੜਾ ਅਕਸਰ ਇਹਨਾਂ ਦਾ ਹੁੰਦਾ ਰਹਿੰਦਾ ਸੀ, ਤੇ ਉਹਦੇ ਸੰਬੰਧ ਜੀ ਵੇਖੋ ਹੁਣ ਕਿ ਉਹ ਜਾਣ ਲੱਗਾ ਕਿ ਉਹਦੇ ਭਰਾ ਨੂੰ ਕਹਿ ਕੇ ਗਏ ਆ ਕਿ ਇੱਥੇ ਉਹਦੀ ਵਾਈਫ ਜੀ 2-3 ਦਿਨ ਹੋ ਗਏ ਇੱਥੇ ਆਈ ਸੀ। ਮੁੜ ਕੇ ਉਹਦਾ ਜਿਹੜਾ ਵੀ ਸਾਲਾ ਉਤੋਂ ਤੇ ਸਾਲੀ ਉਹਦੇ ਬਾਅਦ 'ਚ ਆਏ ਆ, ਕਿ ਜਿੱਦਾਂ ਦੇ ਬ੍ਰਦਰ ਨੇ ਦੱਸਿਆ, ਅਸੀਂ ਮੌਕੇ 'ਤੇ ਗਏ ਆ। ਉਹਨਾਂ ਕਿਹਾ ਵੀ ਉਹ ਜਾਣ ਲੱਗਾ ਵੀ ਇਹਦੇ ਭਰਾ ਨੂੰ ਵੀ ਤੇਰੇ ਭਰਾ ਨੂੰ ਇਹ ਟੰਗਿਆ ਸੀ ਤੇ ਜਾ ਕੇ ਲਾ ਲਾ। ਬਾਕੀ ਇਹ ਵੇਖੋ ਜੀ ਸ਼ੱਕ ਸਾਨੂੰ ਇਹ ਗੱਲ ਦਾ ਵੀ ਉਹ ਜਿੰਨੀ ਕੁ ਹਾਈਟ ਤੇ ਟੰਗਿਆ ਉੱਥੋਂ ਉਨੀ ਕੁ ਤੋਂ ਬੰਦਾ ਫਾਹ ਨਹੀਂ ਲੈ ਸਕਦਾ। ਸਾਨੂੰ ਤੇ ਇਹ ਸ਼ੱਕ ਆ। ਨਾਲੇ ਜਾਣ ਲੱਗਾ ਵੇਖੋ ਜੋ ਨਹੀਂ ਸੀ ਮਤਲਬ ਉਹਨੂੰ ਹੈਗਾ ਸੀ ਵੀ ਜਾਂ ਕਿੱਦਾਂ ਉਹਦਾ ਘਰ ਵਾਲਾ ਸੀ ਤੇ ਉਹ ਉੱਥੇ ਆਪ ਰਹਿੰਦੀ, ਤੇ ਜਾਂ ਜੇ ਡੈਥ ਹੋ ਗਈ ਤੇ ਆ ਜਾਂਦੀ ਬਾਅਦ 'ਚ, ਜਿਵੇਂ ਹੁਣ ਫੈਮਿਲੀ ਨੇ ਸੱਦਿਆ ਸੀ ਆ ਜਾਂਦੀ। ਵੇਖੋ ਆਈ ਨਹੀਂ ਤੇ ਇਹ ਕਰਕੇ ਸ਼ੱਕ ਆ ਜੀ ਸਿੱਧਾ ਹੀ ਸਿੱਧਾ। ਨਹੀਂ ਲੜਾਈ ਝਗੜਾ ਕਾਹਦਾ ਸੀਗਾ? ਲੜਾਈ ਝਗੜਾ ਵੇਖੋ ਜੀ ਹੁਣ ਜਿਵੇਂ ਹੁਣ ਬ੍ਰਦਰ ਇਹਦਾ ਦੱਸਦਾ ਹੀ ਆ ਜੀ ਵੀ ਸਾਡਾ ਉਹ ਆਂਦੀ ਆ ਜੀ ਕਰਕੇ ਆ ਘਰ ਵੇਚਦੇ, ਇੱਥੇ ਆਪਾਂ ਪਲਾਟ ਕੱਟੀਏ। ਤੇ ਜਿਹੜਾ ਦੂਜਾ ਬ੍ਰਦਰ ਇਹਦਾ ਜਿਹੜਾ ਦੱਸਦਾ ਉਹ ਆਂਦਾ ਵੀ ਮਤਲਬ ਉਹਦੀ ਵਾਈਫ ਚਲ ਗਈ ਹੈ ਜੀ, ਉਹਦਾ ਹੈ ਨਹੀਂ ਮੁੱਕ ਗਿਆ। ਹੁਣ ਉਹ ਆਂਦਾ ਵੀ ਇਹ ਚਾਹੁੰਦੀ ਹੈ ਵੀ ਇਹ ਮੇਰੇ ਨਾਲ ਹੀ ਸਾਰਾ ਕੁਝ ਲੱਗ ਜੇ, ਤੇ ਰੋਮੀ ਨੂੰ ਆਂਦੀ ਰਹਿੰਦੀ ਆ। ਤੇ ਰੋਮੀ ਇਹ ਕਹਿੰਦਾ ਵੀ ਮੈਂ ਨਹੀਂ ਲਾਉਣੀ ਜਾਂ ਕਿੱਦਾਂ ਆ, ਵੀ ਮੇਰਾ ਭਰਾ ਹੈਗਾ ਮੈਂ ਵੀ ਉਹਨੂੰ ਅੱਧ ਦੇਣਾ। ਬਸ ਇਸੇ ਕਰਕੇ ਉਹ ਆਂਦੀ ਵੀ ਨਹੀਂ ਨਹੀਂ, ਉਹ ਤੇ ਇਸੇ ਕਰਕੇ ਉਹਨਾਂ ਮਤਲਬ ਇੱਥੋਂ ਤੱਕ ਕੰਮ ਪਹੁੰਚ ਗਿਆ। ਪਹਿਲੇ ਪੇਕੇ ਗਈ ਸੀ? ਹਾਂਜੀ ਪਹਿਲੇ ਪੇਕੇ ਗਈ ਜੀ, 10-12 ਦਿਨ ਹੋ ਗਏ ਪੇਕੇ ਗਈ। ਹਾਂਜੀ ਉਦੋਂ ਵੀ ਇਹ ਆਂਦਾ ਸੀ ਵੀ ਉਹ ਪੇਕੇ ਗਿਆ ਸੀ, ਉੱਥੇ ਵਿਆਹ ਵੀ ਉੱਥੇ ਵੀ ਉਹਨਾਂ ਨੇ ਝਗੜ ਕੇ ਆਇਆ, ਤੇ ਮੁੜ ਕੇ ਉਹ ਨਹੀਂ ਆਈ, ਤੇ ਬਾਅਦ ਵਿੱਚ ਆਪੇ ਆਈ ਹੈ ਜੀ, ਪਤਾ ਨਹੀਂ। ਅੱਛਾ ਹਾਂਜੀ। ਕੱਲ ਸ਼ਰਾਬ ਲੈਣ ਕਿਹਨੂੰ ਭੇਜਿਆ? ਉਹ ਬ੍ਰਦਰ, ਉਹ ਜਿਹੜਾ ਉਹਦਾ ਬ੍ਰਦਰ ਹੈਂਡੀਕੈਪ ਜਿਹੜਾ ਬਾਹਰ, ਉਹਨੇ ਸਾਰਾ ਕੁਝ ਦੱਸਿਆ ਜੀ ਸਾਨੂੰ ਵੀ ਇਦਾਂ ਕਰਕੇ ਆਏ, ਭਾਬੀ ਆਈ, ਉਹਦਾ ਨਾਲ ਸਾਲਾ ਸੀ ਨਾਲ ਸਾਲੀ ਸੀ, ਵੀ ਇਦਾਂ ਰੋਮੀ ਨੂੰ ਉਹਨਾਂ ਕੁੱਟਿਆ ਏ, ਇਦਾਂ ਕੀਤਾ ਏ, ਬਾਂਹ ਮਰੋੜੀ ਆ, ਤੇ ਇਦਾਂ ਉਹਨੂੰ ਮਾਰਿਆ ਏ, ਉਹਦੇ ਵੀ ਉਹਨੂੰ ਟੌਰਚਰ ਕੀਤਾ। ਤੇ ਮੁੜ ਕੇ ਮੈਨੂੰ ਇਹ ਸ਼ਰਾਬ ਲੈਣ ਭੇਜਦਾ, ਤੇ ਮਗਰੋਂ ਮੈਨੂੰ ਜਦੋਂ ਆਇਆ ਤੇ ਆਉਂਦਿਆਂ ਨੂੰ ਉਹ ਚੱਲੇ ਸੀ ਘਰੋਂ, ਤੇ ਮੈਨੂੰ ਕਹਿੰਦੇ ਤੇਰਾ ਭਰਾ ਮਗਰ ਲਮਕੇ ਫਾਹ ਲਿਆ ਜੀ। ਕਹਿੰਦਾ ਮੈਂ ਗਵਾਂਢੀਆਂ ਨੂੰ ਜਾ ਕੇ ਆਵਾਜ਼ ਮਾਰੀ, ਉਹਦੇ ਕੋਲ ਸ਼ਟਰ ਨਹੀਂ ਚੁੱਕਿਆ ਜਾਂਦਾ। ਉਹਨੇ ਚਲੋ ਸ਼ਟਰ ਚੁੱਕ ਕੇ ਜਾਂਦਿਆਂ ਨੂੰ ਵੇਖਿਆ ਲਮਕਿਆ ਸੀ, ਪਰ ਜਿੰਨੀ ਕੁ ਹਾਈਟ ਤੋਂ ਉਹਨੇ ਲਮਕਾਇਆ ਸੀ ਉਹਦੇ ਪੈਰ ਥੱਲੇ ਲੱਗਦੇ ਪਏ ਸੀ, ਉਨੀ ਹਾਈਟ ਤੋਂ ਬੰਦਾ ਫਾਹ ਲੈ ਹੀ ਨਹੀਂ ਸਕਦਾ ਜੀ। ਕੀ ਡਿਮਾਂਡ ਕਰਦੇ ਹੋ ਤੁਸੀਂ? ਡਿਮਾਂਡ ਇਹੋ ਜਿਹੀ ਅਸੀਂ ਕਹਿੰਦੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਹੋਣੀ ਚਾਹੀਦੀ ਆ, ਤੇ ਇਨਸਾਫ ਮਿਲਣਾ ਚਾਹੀਦਾ ਜੀ। ਪੁਲਿਸ ਦਾ ਇਸ ਬਾਬਤ ਕੀ ਕਹਿਣਾ ਹੈ, ਆਓ ਦੇਖਦੇ ਹਾਂ। 300 ਦਾ ਮੁਕੱਦਮਾ ਹੋਇਆ ਝੰਡੇਰ ਥਾਣੇ ਦੀ ਤਿਆਰੀ ਨੇ, ਤੇ ਐਸਐਸ ਸਾਹਿਬ ਵੱਲੋਂ ਪਰਚਾ ਹੋਈ ਹੈ। ਕੀ ਹੈ ਮਾਮਲਾ, ਕੀ ਹੈ ਇਹ ਮਾਮਲਾ ਜੀ? ਇਹਨਾਂ ਦੇ ਘਰ ਦਾ ਝਗੜਾ ਸੀ ਕੋਈ, ਤੇ ਇਹਨਾਂ ਦੇ ਕੋਈ ਸਹੁਰੇ ਆਏ ਸੀ, ਤੇ ਇਹ ਘਰ ਨਹੀਂ ਕੋਈ ਉਹਨਾਂ ਦੇ ਕੋਈ ਦੇ ਕੇ ਮਾਰਤਾ ਉਹਨੂੰ। ਤੇ ਕਿਹੜੀ ਧਾਰਾ ਲਾਈ ਗਈ? 302 ਜੀ। ਕਤਲ ਦੀ। ਕਾਰਨ ਕੀ ਰਿਹਾ ਲੜਾਈ ਝਗੜੇ ਦਾ? ਘਰੇਲੂ ਕਲੇਸ਼ ਸੀ ਇਹਨਾਂ ਨੂੰ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।